ਮੇਰੇ ਫਾਦਰ ਨੇ ਬੜਾ ਸਖਤੀ ਨਾਲ ਕਿਹਾ ਹੋਇਆ ਸੀ ਮੰਦਿਰ ਗੁਰਦੁਆਰੇ ਨਾ ਵੜ ਜਾਈਏ। ਕਿਉਂ? ਨਾ, ਬਸ ਉਹ ਕਹਿੰਦੇ ਆਪਾਂ ਆਪਣੇ ਹੱਥ ਨਾਲ ਕਿਸੇ ਦਾ ਭਲਾ ਕਰ ਸਕੋ ਤਾਂ ਕਰ ਦਿਓ। ਅੱਛਾ। ਠੀਕ ਹੈ ਨਾ, ਰੱਬ ਜੇ ਹੈਗਾ ਤਾਂ ਉਹ ਦੇਖ ਰਿਹਾ ਹੈ, ਉਹ ਤੇਰੇ ਅੰਦਰ ਵੀ ਹੈ, ਤੇਰੇ ਘਰ ਦੇ ਵਿੱਚ ਵੀ ਹੈ। ਜੇ ਉਹ ਨਹੀਂ ਹੈਗਾ ਤੇ ਉਹ ਤੁਹਾਨੂੰ ਗੁਰਦੁਆਰੇ ਤੇ ਮੰਦਿਰ ਤੋਂ ਨਹੀਂ ਮਿਲੇਗਾ, ਉਹ ਪੱਥਰਾਂ ਨੂੰ ਕਿੰਨਾ ਹੀ ਲੱਭ ਲੈ ਤੂੰ ਜਾ ਕੇ। ਮੈਂ ਕਿਹਾ ਗੱਲ ਬਿਲਕੁਲ ਠੀਕ ਹੈ। ਤੇ ਫਿਰ ਅਸੀਂ ਤਾਂ ਬੇਟਾ ਆਪਣੇ ਘਰ ਦੇ ਵਿੱਚ ਹੀ ਜਿਹੜਾ ਹੈ ਨਾ, ਮੈਂ ਉਹ ਮੰਦਿਰ ਆਪਣੇ ਆਪ ਨੂੰ ਸੋਚਿਆ ਕਿ ਵੀ ਪਰਮਾਤਮਾ ਮੇਰੇ ਹੱਥ ਤੋਂ ਕਿਸੇ ਦਾ ਵੀ ਨੁਕਸਾਨ ਨਾ ਹੋਵੇ, ਆਪਣੇ ਹੱਥ ਤੋਂ ਹੀ ਕਰ ਜਾਵਾਂ ਜੋ ਵੀ ਕਰਾਂ, ਕਿਸੇ ਦਾ ਇੰਨਾ ਵੀ ਆਪਣੇ ਉਹ ਨਾ ਰੱਖਾਂ ਹੱਕ ਮਾਰ ਕੇ। ਠੀਕ ਹੈ ਨਾ, ਅੱਛਾ ਜਿੰਨਾ ਹੋ ਸਕੇ ਆਪਣੇ ਹੱਥ ਨਾਲ ਕਰ ਦਿਓ, ਇਹ ਹੈਗਾ। ਹਸਬੈਂਡ ਗਏ, ਬੜੀ ਦਿੱਕਤ ਆਈ ਸ਼ੁਰੂ ਦੇ ਵਿੱਚ। ਫਿਰ ਮੈਂ ਕਿਹਾ ਕਮਲੇਸ਼ ਵੱਖਰਾ ਆਇਆ ਸੀ, ਵੱਖਰਾ ਉਹਨੇ ਜਾਣਾ ਵੀ ਸੀਗਾ, ਮੈਂ ਵੀ ਇਕੱਲੀ ਆਈ, ਮੈਂ ਵੀ ਇਕੱਲੀ ਜਾਣਾ, ਫਿਰ ਰੋਣਾ ਕਾਹਦਾ ਹੈ ਬਈ। ਉਹਦੇ ਨਾਲ ਜਿੰਨੇ ਦਿਨ ਰਿਹਾ ਬਹੁਤ ਅੱਛਾ ਰਿਹਾ, ਜਿਹੜੀਆਂ ਅੱਛੀਆਂ ਗੱਲਾਂ ਸੀ ਉਹ ਵੀ ਯਾਦ ਰੱਖੋ। ਬਹੁਤ ਕਰਦੇ ਸਨ ਤੁਹਾਡੇ ਨਾਲ? ਸੈਂਸੀਬਲ ਸੀਗੇ ਬੰਦਾ, ਹਸਬੈਂਡ ਤਾਂ ਮੇਰਾ ਬਹੁਤ ਅੱਛਾ ਸੀ। ਇਹ ਬਸ ਉਸ ਵਰਗਾ ਕੋਈ ਹੈ ਹੀ ਨਹੀਂ ਹੋਰ। ਕਈਆਂ ਨੇ ਮੈਨੂੰ ਕਿਹਾ ਜਦੋਂ ਮੈਂ ਵਿਡੋ ਹੋਈ ਕਿ ਜੀ ਸ਼ਾਦੀ ਤੁਸੀਂ ਮੰਮੀ ਕਰਨਾ ਚਾਹੋ ਕਰ ਲਓ, ਮੇਰੀ ਬੇਟੀ ਕਹਿੰਦੀ ਹੈ ਅੱਛਾ। हाँ कि मम्मी जे कोई ठीक लगे तो देख लो। मैं बेटा क्या बात कर रही है, जैसा भी था वही था। ਉਹਦੀ ਜਗ੍ਹਾ ਹੋਰ ਕੋਈ नहीं ले सकता। अच्छा, हाँ मैं थोड़ी कहना, बेटी ने ਤੁਹਾਨੂੰ ਇਹ ਗੱਲ ਕਹੀ? हाँ मेरे बेटे ने भी कही। अच्छा। हाँ कि मम्मी देख लो अगर आपको ठीक लगे तो। मैं कहा नहीं बेटा, मेरे को ठीक वो ही लगा और उसके सिवाय और कोई ठीक लग ही नहीं सकता। और मैं कहा वो तुम दे गया, तुम दो बच्चे मेरे उससे हैं, तो इससे फालतू मेरे को क्या चाहिए। और उन दो बच्चों के आगे 5 बच्चे, 3 बेटी के 2 बेटे के, क्या चाहिए और मेरे को, मैं खुश हूँ। उनसे दोस्त की तरह ਪਰ बात ਜਿਵੇਂ करती ਇਸ हूँ। ਉਮਰ ਦੇ ਵਿੱਚ ਬੜਾ ਹੁੰਦਾ ਇਮੋਸ਼ਨਲ ਵੀ, ਕੋਈ ਸਾਨੂੰ ਸੁਣੇ, ਜਿਵੇਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਹਨਾ। हाँ ਮੈਂ ਜਿਵੇਂ ਪਿੰਡਾਂ 'ਚ ਜਾ ਕੇ ਪ੍ਰੋਗਰਾਮ ਕਰਦੀ ਤਾਂ ਬਜ਼ੁਰਗ ਬੜੇ ਫੈਮਲੀਜ਼ ਤੇ ਨਿਰਭਰ ਜੇ ਹੋ ਜਾਂਦੇ ਹੈਗੇ ਆ। हाँ ਤੇ ਤੁਹਾਨੂੰ ਕਦੇ ਉਹ ਚੀਜ਼ਾਂ ਦਾ ਨਹੀਂ ਮਹਿਸੂਸ ਹੁੰਦਾ ਵੀ ਕੱਲ ਨੂੰ ਮੈਂ ਜੇ ਨਿਰਭਰ ਹੋਣਾ ਹੋਇਆ ਵੀ ਮੈਂ ਕਿਵੇਂ ਕਿਸੇ ਤੇ ਹੋਊਂਗੀ? नहीं, मैं अपने आप ਨੂੰ बेटे समझा लिया कि मैं बेटे ਨੂੰ ਵੀ कहता और ते बेटी ਨੂੰ ਵੀ ਕਹਿ ਰੱਖਿਆ ਕਿ बेटा मैं, मेरी बेटी ने बड़ी कोशिश की थी कि मम्मी अमेरिका आ जाओ, मैं इत्थे देखभाल कर लांगी। मैं कहा नहीं बेटा, मैं इत्थे खुश हाँ, अपनी गड्डी चुक्की जिथे जाना हुंदा चली जाती है, पीर जाना सौरे जाना जिथे भी जाना फट तो चली जानी है, फ्रेंड दे जाना कोई दिक्कत नहीं। मैं कहा नहीं, मैं बंधन च नहीं बंध सकती। बेटे ਨੂੰ ਕਿਹਾ, मैं कहा बेटा आखिरी टाइम जदों आएगा देख ली एंबूलेंस बुला के तो अपना भेज दी। मैं कहा मरे पिछों ये नहीं पता लगता कि तुसी कित्थे पए हो। ਅੱਛਾ, है ਤੁਸੀਂ ਐਵੇਂ ਨਹੀਂ ਰੱਖਿਆ ਵੀ ना ਮੈਂ ਜੇ ਜਾਵਾਂ ਤੇ ਇਹਨੂੰ ਇੰਨਾ ਵੱਡਾ ਕਰ ਦਿਓ? ना ना ना, मैं उन्होंने इमोशनली वो नहीं करना चाहती किसी को। मैं कहा नहीं ठीक है बेटा, जो कुछ है बिल्कुल बढ़िया, लाइफ अपनी इंजॉय करो। ਜ਼ਿੰਮੇਵਾਰੀ ਇਹ ਤੁਹਾਡੇ ਦਿਲ ਵਿੱਚੋਂ ਨਿਕਲਣਾ ਚਾਹੀਦਾ ਕਿ ਸਾਡੀ ਮਾਂ ਨੂੰ ਸਾਡੀ ਲੋੜ ਹੈ ਕਿ ਨਹੀਂ ਹੈ। ਮੈਂ ਜੇ ਕਹਾ ਕੇ ਤੁਹਾਨੂੰ ਕਹਾਂ, ਮੈਂ ਮੇਰੀ ਜ਼ਿੰਮੇਵਾਰੀ ਹਰ ਚੀਜ਼ ਦੀ ਆਪਣੀ ਖੁਦ ਚੁੱਕੀ ਰੱਖਦੀ ਹਾਂ। ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹਾਂ ਮੈਂ, ਫਿਜ਼ੀਕਲੀ ਹੈਗੀ ਹਾਂ, ਤੇ ਮੈਨੂੰ ਫਿਰ ਹੋਰ ਕੀ ਚਾਹੀਦਾ। ਵਾਈ ਸ਼ੁਡ ਆਈ ਟਰਬਲ ਦੈਮ। ਇਕੱਲੇ ਰਹਿਣਾ ਸੌਖਾ ਹੁੰਦਾ ਜਾਂ ਔਖਾ ਹੁੰਦਾ? ਇਕੱਲੇ ਰਹਿਣਾ ਬੇਟੇ ਕਈ ਚੀਜ਼ਾਂ ਵਿੱਚ ਸੌਖਾ ਵੀ ਹੈ ਔਖਾ ਵੀ ਹੈ, ਦੋਵੇਂ ਗੱਲਾਂ ਹੈਗੀਆਂ ਨੇ। ਪਰ ਇਕੱਲੇ ਰਹਿਣਾ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਤੁਹਾਡਾ ਜੀਵਨ ਸਾਥੀ ਚਲਾ ਜਾਂਦਾ, ਹਾਂ ਕਿਉਂਕਿ ਸਭ ਤੇ ਇਹ ਆਉਂਦਾ, ਜਿਵੇਂ ਤੁਸੀਂ ਕਿਹਾ ਕਿ ਉਹ ਤੁਸੀਂ ਵੱਖਰਾ ਆਇਆ ਸੀ, ਹਾਂ ਤੁਸੀਂ ਵੱਖਰੇ ਆਏ ਹਨਾ। ਹਾਂ ਔਰ ਮੈਨੂੰ ਲੱਗਦਾ ਹਰ ਇੱਕ ਬੰਦੇ ਨੇ ਇਹ ਮੋੜ ਹੰਡਾਉਣਾ ਹੈ ਕਿ ਇੱਕ ਹੰਡਾਉਣਾ ਸਾਥੀ ਹੈ, ਨੇ ਵਿਛੜਨਾ ਹਾਂ ਵਿਛੜਨਾ ਹੈ। ਵਿਛੜਨਾ। ਕੀ ਸਮਝਾਉਣਾ ਪੈਂਦਾ ਮਨ ਨੂੰ? ਸਮਝਾਉਣਾ ਇਹ ਜ਼ਰੂਰੀ ਹੈਗਾ ਕਿ ਫਾਈਨੈਂਸ਼ੀਅਲੀ ਇੰਡੀਪੈਂਡੈਂਸ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਪ੍ਰੋਪਰਟੀ ਤੁਹਾਡੇ ਨਾਂ 'ਤੇ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ ਨਾ। ਉਹੀ ਜਿਹੜੇ ਅੱਛੇ ਬੱਚੇ ਨੇ ਉਹੀ ਤੁਹਾਡੇ, ਕਿਉਂਕਿ ਉਹਨਾਂ ਦੇ ਜਿਹੜੀਆਂ ਅੱਗੇ ਆਉਂਦੀਆਂ ਨੇ ਨੂੰਹਾਂ, ਉਹ ਇੰਨਾ ਸਿਰ ਘੁਮਾ ਦਿੰਦੇ ਨਾ ਵਿਚਾਰੇ ਸਿੰਪਲ ਬੱਚੇ, ਉਹ ਨਹੀਂ ਸਮਝ ਸਕਦੇ ਕੀ ਹੋ ਰਿਹਾ, ਠੀਕ ਹੈ ਨਾ। ਉਹ ਘਰ 'ਚ ਸ਼ਾਂਤੀ ਚਾਹੁੰਦੇ ਨੇ, ਸ਼ਾਂਤੀ ਚਾਹੁੰਦੇ ਨੇ ਤੇ ਫਿਰ ਉਹਦੀ ਪ੍ਰਾਈਸ ਪੇ ਕਰਨੀ ਪੈਂਦੀ ਹੈ। ਤੁਸੀਂ ਉਹਨਾਂ ਨੂੰ ਵੱਖਰਾ ਕਰ ਦਿਓ ਟਾਈਮ ਨਾਲ। ਜਿਵੇਂ ਤੁਸੀਂ ਇੱਕ ਹਾਂ ਬਹੁਤ ਸੋਹਣੀ ਮੇਰੇ ਨਾਲ ਐਗਜ਼ਾਮਪਲ ਸਾਂਝੀ ਕੀਤੀ ਵੀ ਹਾਂ ਤੁਸੀਂ ਆਪਣੇ ਦੋਨੋਂ ਬੱਚਿਆਂ, ਬੇਟੀ ਦੇ ਨਾਂ ਤੇ ਵੀ ਹਾਂ ਪ੍ਰਾਪਰਟੀ ਕੀਤੀ ਲਗਾਈ ਹੈ। ਔਰ ਬੇਟੇ ਦੇ ਨਾਂ ਤੇ ਵੀ ਪ੍ਰਾਪਰਟੀ ਹਾਂ ਲਗਾਤੀ। ਬਿਲਕੁਲ ਬਿਲਕੁਲ ਬਿਲਕੁਲ, ਦੋਵਾਂ ਦੇ ਇਸ ਬੇਟੇ ਦੇ ਨੂੰ। ਪਿੱਛੇ ਕੀ ਸੋਚ ਸੀ? ਬੇਟੀ ਤਾਂ ਆਪਣੇ ਘਰ ਚਲੀ ਗਈ, ਉਹਦੇ ਤੋਂ ਜੋ ਘਰ ਵਾਲੇ ਦਾ ਹੈਗਾ ਉਹਨੂੰ ਮਿਲ ਹੀ ਜਾਣਾ ਸੀ, ਤੁਹਾਨੂੰ ਕਿਉਂ ਲੱਗਾ ਵੀ ਇਹ ਕਰਨਾ ਚਾਹੀਦਾ? ਬੇਟਾ ਮੈਂ ਕੱਲ ਨੂੰ ਮੈਨੂੰ ਲੋੜ ਪੈਂਦੀ ਹੈ ਜਾਂ ਬੇਟੀ ਨੂੰ ਕੋਈ ਪ੍ਰੋਬਲਮ ਹੁੰਦੀ ਹੈ
ਹੂੰ ਤਾਂ ਉਹਨੂੰ ਇਹ ਮੁੜ ਕੇ ਨਹੀਂ ਹੋਣਾ ਚਾਹੀਦਾ ਨਾ ਵੀ ਮੈਂ ਹੁਣ ਕਿੱਥੇ ਜਾਵਾਂ। ਠੀਕ ਹੈ ਨਾ, ਕਿੱਥੇ ਜਾਵਾਂ। ਉਹਨੂੰ ਇਹ ਹੋਣਾ ਚਾਹੀਦਾ ਪੀਰ ਪਾਸੇ ਵੀ ਤੇਰਾ ਇਹ ਟੁਕੜਾ ਪਿਆ ਜ਼ਮੀਨ ਦਾ, ਠੀਕ ਹੈ ਨਾ। ਮਾਂ ਜਦੋਂ ਤੱਕ ਜੀਵੇਗੀ ਮਾਂ ਉੱਥੇ ਰਹੇਗੀ, ਜਦੋਂ ਮਾਂ ਨਹੀਂ ਰਹੀ ਮਤਲਬ ਮਾਂ ਪਿਓ ਦੋਵੇਂ ਇਕੱਠੇ ਰਹਿਣਗੇ। ਹੂੰ ਜਦੋਂ ਉਹ ਨਹੀਂ ਰਹੇ ਉਹ ਟੁਕੜਾ ਤੇਰਾ ਹੈ। ਹੂੰ ਬੇਟੇ ਨੂੰ ਬੇਸ਼ੱਕ ਕਿੰਨੀ ਚੰਗੀ ਤੁਹਾਡੀ ਬਣਦੀ ਹੋਵੇ ਉਹਨੂੰ ਤੁਸੀਂ ਵੱਖਰਾ ਕਰ ਦਿਓ। ਹੂੰ ਜਦੋਂ ਤੱਕ ਉਹਦੀ ਨੂੰਹ ਨਾ ਕਵੇ ਕਿ ਜੀ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਹਾਂ, ਇੱਜ਼ਤ ਦੇ ਨਾਲ ਰਹਿਣਾ ਚਾਹੁੰਦੇ ਹਾਂ। ਕਿਉਂਕਿ ਹੁਣ ਨੌਕਰ ਵੀ ਰੱਖਦੇ ਨੇ, ਉਹ ਵੀ ਪੈਸੇ ਲੈਂਦਾ, ਹੂੰ ਕੋਈ ਉਹਦੀ ਗਾਰੰਟੀ ਨਹੀਂ ਕਿ ਉਹ ਚੰਗੀ ਤਰ੍ਹਾਂ ਰੱਖੇਗਾ ਬੱਚਿਆਂ ਨੂੰ। ਬਿਲਕੁਲ ਠੀਕ ਹੈ ਨਾ। ਜੇ ਮਾਪੇ ਦੀ ਤੁਸੀਂ ਸੇਵਾ ਕਰ ਦਿਓ, ਤੁਸੀਂ ਸਿਰਫ ਇੱਕ ਵਾਰ ਹੱਸ ਕੇ ਹੀ ਕਹਿ ਦਿਓ ਕਿ ਮੰਮੀ ਕੀ ਹਾਲ ਹੈ, ਉਹ ਤਾਂ ਇੰਨੇ ਵਿੱਚ ਹੀ ਖੁਸ਼ ਹੋ ਜਾਣਗੇ। ਹੈ ਸਹੁਰੇ ਨੂੰ ਤੁਸੀਂ ਪੁੱਛ ਲਓ ਪਾਪਾ ਠੀਕ ਹੋ ਤੁਸੀਂ, ਕੋਈ ਚਾਹੀਦਾ ਤਾਂ ਨਹੀਂ। ਇਹਨੇ ਉਹਨਾਂ ਨੂੰ ਕੁਝ ਨਹੀਂ ਚਾਹੀਦਾ, ਉਹਨਾਂ ਸਿਰਫ ਪਿਆਰ ਚਾਹੀਦਾ ਹੈ। ਜੇ ਤੁਸੀਂ ਪਿਆਰ ਹੀ ਨਹੀਂ ਦੇ ਸਕਦੇ ਤਾਂ ਬਾਕੀ ਤਾਂ ਚੀਜ਼ਾਂ ਇਮੈਟੀਰੀਅਲ ਨੇ ਬੇਟਾ। ਬਿਲਕੁਲ ਉਹ ਤੇ ਨਾ ਤੇ ਤੁਹਾਡੇ ਨਾਲ ਜਾਣੀਆਂ ਨਾ ਸਾਡੇ ਨਾਲ ਕਿਸੇ ਜਾਣੀਆਂ, ਨਾਲ ਵੀ ਨਹੀਂ ਕਿਸੇ ਨਾਲ ਨਹੀਂ। ਇਹ ਸਿਰਫ ਪਿਆਰ ਪ੍ਰੇਮ ਹੀ ਜਾਣਾ ਜਿਹੜਾ ਜਾਣਾ। ਇਹਨੂੰ ਜਿੰਨਾ ਤੁਸੀਂ ਵੰਡ ਲਓ, ਜਿੰਨਾ ਤੁਸੀਂ ਸਮਝ ਲਓ, ਆਪਣੀ ਲਿਮਿਟ ਜਾਣੋ ਕਿ ਕੀ ਹੈਗੀ ਹੈ। ਮਾਂ ਪਿਓ ਨੂੰ ਖੁਸ਼ੀ ਨਾਲ ਰੱਖੋ, ਬੇਸ਼ੱਕ ਕਿੰਨੇ ਹੀ ਅੜਕ ਹੋਣ। ਮੇਰੀ ਇਹ ਸਲਾਹ ਹੈ। ਬਾਕੀ ਤਾਂ हर एक दी अपनी अपनी समझ है। लगी कि मैं तो जॉब करनी है, अभी मैंने दुनिया तो देखी ही नहीं है, क्योंकि वो सबसे छोटी थी घर में और उसकी कज़न सब बड़ी बड़ी थी। तो वो सारी मुझे कहें, कोई तो मामी जी और कोई चाची जी क्यों कर रहे हो इतनी छोटी की। मैंने कहा नहीं बेटा मेरी तो यही बड़ी है, यही छोटी है। इसकी मेरी 17 की हुई तो 22 तो बहुत बड़ी उम्र, तो करते हैं इसको। पढ़ाई भी पूरी हो गई, MBA कर लिया इसने। कि नहीं इसको अभी 1-2 साल रहने दो। लड़का मुझे पसंद आया, देखा, बात करी मैंने कहा बेटा कैसे कैसे क्या है वहाँ पे तुझ रह रहा है अमेरिका में। उसने कहा कि मेरा खुद का घर तो नहीं है और पुरानी गाड़ी है सेकंड हैंड, और लेकिन मैं कर लूँगा। ठीक है। मैंने कहा बस बेटा देखने में बहुत ठीक था, साफ बात बोल रहा है। मैंने कहा इससे और फालतू क्या चाहिए बोलो। मेहनत करेंगे बेटा बेटी दोनों करेंगे तो कल को बल्ले बल्ले क्या बात है। तो होगी बल्ले बल्ले फिर। बिल्कुल बल्ले बल्ले। अब 4 तारीख को आएगी, 25 साल उसकी शादी को, 25 से ज़्यादा ही हो गए, 30-32 हो गए मेरे ख्याल में। बहुत खुश है। अभी ये कहती है कि माँ बाप जो रिश्ता ढूंढते हैं शादी वहीं करो और कहीं करो ही मत। तो ਤੁਹਾਨੂੰ ਐਜ਼ ਅ ਮਾਂ ਵੈਸੇ ਡਰ ਲੱਗਾ ਵੀ ਮੈਂ ਪ੍ਰੈਸ਼ਰਾइज ਤਾਂ ਕਰ रही ਹਾਂ। हाँ मेरे को डर लगा, और मैंने उसको कह के उसको हमने उसके एरोप्लेन की टिकट दे के भेजा था कि देख बेटे हमने अपनी तरफ से बहुत अच्छा किया, अगर किसी वजह से ये कोई इसमें तुम्हें ऐब लगे कि भी इसमें ये खराबी है, ये खराबी है, ये खराबी है, ड्रग्स है, वोमनाइजिंग है, कुछ और है, ऐसा बिल्कुल मत पूछना और बिल्कुल ये संकोच ना करना। अपना हवाई जहाज़ की टिकट है, अटैची उठाओ और अपना घर वापस। कोई ज़रूरत नहीं है तुम्हें किसी से सुनने की, कहने की। ठीक है ना। उसको बोलो जी हो गया, बाय बाय, नाउ आई एम गोइंग। तो ये उसका, और बाकी घर यही है वैसे तेरा हमारी तरफ से। अब इसको तुमने जचाना और इसको तुमने बसाना और यहाँ पे ये धौंस नहीं दिखाने कि तू बहुत बड़े परिवार से है, इसलिए वो डंडा घुमाने वाली बात नहीं करनी बेटे। नीचा झुक के इज्जत दोगी तो इज्जत मिलेगी, नहीं तो वो भी नहीं मिलेगी। बिल्कुल। हाँ तो वो चीज़ें उसने करी। तो अब कहती है कि मम्मी बहुत अच्छा हस्बैंड प्रूव हुआ, बहुत अच्छे बच्चे पाले हमने, तीनों के तीनों बच्चे मिलते हैं बिल्कुल इंडिया जैसा, उस तरह से रखते हैं। छुट्टी होती है तो भाग के आते हैं तीनों। ਸੋ ਮਤਲਬ ਜੋ ਤੁਸੀਂ ਸੋਚਿਆ ਸੀਗਾ ਹਨਾ ਬਿਲਕੁਲ ਉਵੇਂ ਦੀ ਲਾਈਫ ਉਹਨੂੰ ਮਿਲੀ ਜੀ, ਉਹਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੇ ਹੈ ਨਾ। हाँ बिल्कुल। अच्छा दूसरा, तीनों को ये बता रखा है कि शादी बहुत ज़रूरी है। उसको ये मत सोचना कि भी जो है ना ये तो लाइफ एंजॉय करने का वो है, नहीं बेटा शादी करो, क्योंकि जो भगवान ने बना के भेजा है, हम ये कहते हैं कि फिजिकल भी उसके साथ हो ईमानदारी से, अच्छा उसका, ठीक है ना, अपना लाइफ पार्टनर के साथ। यूँ नहीं है कि कुत्तों की तरह तुम कहीं भी बिखरते फिरो, वो अच्छा नहीं लगता, और वो तुमको अल्टीमेटली कहीं भी नहीं पहुंचाएगा लाइफ में। ਉਹ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਆਪਣੇ ਅੱਗੇ ਦੋਤਿਆਂ ਨਾਲ ਕਰ ਲੈਂਦੇ ਆ। मैं कर लेती हूँ बेटा, सबसे कर लेती हूँ बात बिल्कुल। और ये सारी लाइफ में काम आने वाली चीज़ें।
तुम किसी को झूठे उसमें मत लटका के रखो, साफ बात करो भाई मैंने शादी करनी है या मैंने नहीं करनी। अगले से भी पूछो हाँ भाई नहीं भाई तो करो, नहीं तो नहीं करो। और ये कोई वो नहीं है कि भी जट्टां दा ही मुंडा होना चाहिए, नहीं। कोई बेशक चाइनीज छोड़ देना भाई। क्यों वो दिल्ली की नहीं की वो कारण है? थोड़े से क्रूड ज्यादा हैं, ज्यादा मनी माइंडेड, टू मच वो क्या कहते हैं मशीन टाइप दिमाग है उनकी, इमोशनल नहीं है वो लोग। ਜਿਹੜੇ ਚਾਈਨਾ ਵਗੈਰਾ ਦੇ ਚਾਈਨਾ ਨੇ। ਵਗੈਰਾ ਦੇ ਜਿਹੜੇ ਮੈਨੂੰ ਉੱਥੇ ਮਿਲੇ। अच्छा। हाँ मेरा एक्सपीरियंस यही कहना हम्म कि बहुत ही ज़्यादा अलूफ से, हम्म जैसे मतलब एक वो आपने एग्रीमेंट किया है तो एग्रीमेंट पे ही चलेंगे हम, यूँ नहीं है कि भी बहुत सारी चीज़ें हैं कि मतलब वो इमोशंस ਨੂੰ ਕਹਿ ਲੋ ਵੀ हाँ घोट के ਇਗਨੋਰ रखते हैं, ਕਰਦੇ ਹੈਗੇ ਆ इग्नोर करते हमेशा। हैं। तो मैंने कहा नहीं भाई चाइनीज़ नहीं होने चाहिए, और बाकी तुम्हारा वाइट हो जाएं, कोई दूसरे साउथ के अपने हो जाएं और इधर के जट्टों के हो जाएं तो ठीक है, कोई भी हो जाए तो, लेकिन ये नहीं होने चाहिए। ਬਿਲਕੁਲ। हाँ तो ਸੋ ठीक है। ਜਿਵੇਂ ਮਤਲਬ ਤੁਸੀਂ ਇੱਕ ਮਤਲਬ ਨਾਨੀ ਹੋ ਕੇ ਵੀ ਤੁਹਾਨੂੰ ਲੱਗਦਾ ਵੀ ਹਾਂ ਬੱਚਿਆਂ ਨੂੰ ਦੱਸਣਾ ਜ਼ਰੂਰੀ ਜ਼ਰੂਰੀ ਹੈ ਹੈ, ਕਿਉਂਕਿ ਪਰਾਈ ਜ਼ਰੂਰੀ ਧਰਤੀ ਹੈ। ਤੇ ਹੈਗੇ ਆ, ਕਿਉਂਕਿ ਉੱਥੇ ਨਹੀਂ ਇਹ ਚੀਜ਼ਾਂ ਹੈਗੀਆਂ ਆ, ਉੱਥੇ हाँ ਓਪਨ ਆਪਣੇ ਲੋਕ ਇਹਨਾਂ ਚੀਜ਼ਾਂ बिल्कुल ਲਈ ਹੈ ਨਾ, ਪਰ बिल्कुल ਆਪਣੇ ਕਲਚਰ ਚੋਂ ਨਹੀਂ ਹੈ। नहीं है बिल्कुल। तो वही है हमारे बच्चे जो हैं, तो मैं पूछती हूँ जैसे कि भी हाँ भाई कोई पसंद आया अभी तक कोई किया नहीं, नानी अभी तो नहीं, आपको पता सबसे पहले लगेगा, ठीक है कोई बात नहीं बेटा, सोच के करना, जो भी तुम्हें पसंद आए माँ बाप से मिलाना, उसके पेरेंट्स को मिलाना, देखें हम जो भी कोई हो उसके बाद फैसला करेंगे कि भी, क्योंकि कल को कोई भी प्रॉब्लम होती, बच्चे वो कहते हैं ना हम कर लेंगे, इट्स आवर लाइफ, वो सब गलत है, कहीं नहीं वो सॉल्व होती, वो इट्स आवर लाइफ जो है ਅੱਛਾ ना नहीं होती। ਤੁਸੀਂ ਕਹਿੰਦੇ ਕਿ ਜਿਹੜੇ ਬੱਚੇ ਕਹਿੰਦੇ ਆ ਮਾਪਿਓ ਹਾਂ। ਵਿੱਚ ਦਖਲਅੰਦਾਜ਼ੀ ਨਾ ਹਾਂ, ਕਰਨ ਵੀ ਇਹ ਬਿਲਕੁਲ। ਸਾਡੀ ਜ਼ਿੰਦਗੀ ਹੈ, ਅਸੀਂ ਹਾਂ। ਜ਼ਿਆਦਾ ਚੰਗੇ ਤਰੀਕੇ ਨਾਲ ਦੱਸ ਸਕਦੇ ਹਾਂ। हाँ नहीं होती, नहीं ਮੈਮ कर ਤੁਸੀਂ सकते। ਚੰਡੀਗੜ੍ਹ 'ਚ ਰਹਿ ਰਹੇ ਹੋ, हाँ मैं रह रही हूँ बिल्कुल। ਪਰ ਫਿਰ ਵੀ ਤੁਹਾਨੂੰ ਇੰਜ ਲੱਗ ਰਿਹਾ ਹੈ ਇੱਥੇ ਬਹੁਤ हाँ। ਮਾਡਰਨ ਲੋਕ ਨੇ। बिल्कुल मॉडर्न लोग हैं, लेकिन बेटा बहुत वो ईगो जो आपकी आपस में आती है ना, वो ईगो आपका खराब करती है प्रोग्राम सारा लाइफ का। ईगोइस्टिक नहीं होना चाहिए, ईगो चाहे लड़का हो और चाहे लड़की हो, ठीक है वो ज्ञान जो तुमने हासिल किया है, पढ़ाई जो की है, संस्कार जो लिए वो आपने अपने लिए लिए, किसी दूसरे पे थोप नहीं सकते आप, ठीक है ना। उसकी सोच, और दूसरा ये भी है बेटा, बेशक आपके माँ बाप हैं, बेशक आपके भाई बहन हैं, सोच तो सबकी फर्क है, बिल्कुल हो ही नहीं सकता कि आपके एक जैसे हों, नहीं हो सकते। फिर आप दूसरे को कैसे आप उम्मीद करो कि वो बिल्कुल ही 100% आपकी उस पे नाक की सीध में चलेगा। बिल्कुल ठीक है, हमारे टाइम में तो हम चल लिए नाक की सीध में, क्योंकि पीछे से माँ बाप का भी वो रहता था जोर का दबाव कि भी आपने शिकायत बेटे कोई नहीं आनी चाहिए, शिकायत बेटे कोई नहीं आनी चाहिए, ठीक है जी कोई शिकायत नहीं आएगी। तो इतना वो घबराहट में और इतना जिम्मेवारी में वो रहना, हालांकि मेरी मदर इन लॉ और फादर इन लॉ बहुत अच्छे थे। हाँ, और ਤੁਹਾਡੇ ਮੰਮੀ ਪਾਪਾ ਨੇ ਤੁਹਾਨੂੰ ਇਹ ਕਿਹਾ ਸੀ ਵੀ शिकायत ना आवे कोई? हाँ बिल्कुल, मेरी मम्मी ने बहुत कहा शिकायत बेटे नहीं आनी चाहिए, शिकायत कोई नहीं आनी चाहिए। मां ਨੂੰ ਕੀ ਡਰ ਹੁੰਦਾ ਵੈਸੇ? आप क्यों इन्ना मानोगे कहदियां नहीं ने? कि हरियाणा में तो अभी भी शायद है, हालांकि हमारे ससुराल में मुझे नहीं ज़्यादा पता लगा इस बात का कि लड़का अगर आपके पैदा नहीं हुआ तो आपका घर नहीं बसा। जब मेरे पहले बेटी हुई, अच्छा लेकिन मैं बहुत खुश थी कि मेरी बेटी पहले हुई, तो बेटी तो होनी चाहिए, एक तो होनी चाहिए। अच्छा फिर दूसरा बेटा हुआ, उस दिन मेरी माँ के मुंह से निकला कि आज मेरी लड़की बस गई। अच्छा हाँ, तो ये जो चीज़ थी ये मुझे बाद में पता लगी और मुझे बहुत दुख हुआ। मैंने कहा माँ ये सर्टिफिकेट चाहिए था। हैं? ਮਤਲਬ ਜਦੋਂ ਤੁਹਾਡਾ ਪਹਿਲਾ ਹਾਂ। ਬੱਚਾ ਬੇਟੀ ਹੋਈ ਤਾਂ ਹਾਂ। ਤੁਹਾਡੀ ਮਾਂ ਨੂੰ ਅੰਦਰੋਂ ਖੁਸ਼ੀ ਨਹੀਂ ਹੋਈ, हाँ ਪਰ वो- ਪੁੱਤਰ ਹੋਣ ਤੇ ਉਹਨੂੰ ਲੱਗਾ ਵੀ ਮੇਰੀ ਧੀ ਹੁਣ ਸਹੁਰੇ आज ਘਰ ਵਸ ਜੂਗੀ। बस किया जी, तो ये बहुत अफसोस की बात थी। लेकिन जेठ फिर मतलब ससुर फिर भी अच्छे आदमी थे, अच्छे इंसान थे, सास भी ठीक थी, कभी कोई वो नहीं थी, कमेंट कोई नहीं किया। मैं जब गई तो उनको पता था कि मुझे कुछ नहीं आता, तो मैंने कहा माँ जी मुझे तो कोई खाना बनाना नहीं आता। बोली बेटी कोई बात नहीं, मुझे भी नहीं आता था जब मेरी शादी हुई है, मैं सिखाऊंगी सारे काम है। तो इतना ही बोलना उनका मुझे बड़ा हौसला हुआ कि भी चलो
कम से कम सास तो ऐसी है, पर उनको यकीन भी मेरे पे बहुत था, हम्म बहुत अच्छा मानती थी वो। हम्म हम्म तो वही मैं चाह रही हूँ कि लड़के भी जो घबराते हैं, बेटे सोच बिल्कुल क्लियर करके चलो, समझ के, और उस जो भी सोच तुम्हारी हो उसमें ऑप्शंस रखो, 1 2 3 4 5। भाई ये मैंने लाइफ में करना है, ये नहीं हुआ तो ये करना है, ये नहीं हुआ तो ये करना है। ये जो दूसरी तरफ जा रहे हैं ना, ये हम्म कि भी सब कुछ खत्म हो गया, वो चीज़ छोड़ दो।